ਅਕਾਲ ਪੁਰਖ ਦੀ ਸਿਰਜਣਾ ਪਰਿਪੂਰਨ ਪਰਮਾਤਮਾ ਦਾ ਬਣਾਇਆ ਹੋਇਆ ਇਹ ਬ੍ਰਹਿਮੰਡ ਪਰਿਵਰਤਨਸ਼ੀਲ ਹੈ। ਇੱਥੇ ਪਲ ਪਲ ਦੇ 'ਚ ਤਬਦੀਲੀ ਹੋ ਰਹੀ ਹੈ, ਇੱਥੇ ਛਿਨ ਛਿਨ ਦੇ 'ਚ ਪਰਿਵਰਤਨ ਹੋ ਰਿਹਾ ਹੈ। ਅਸੀਂ ਦੇਖਦੇ ਹਾਂ ਇਸ ਪ੍ਰਿਥਵੀ ਤੇ ਕਦੀ ਦਿਨ ਕਦੀ ਰਾਤ, ਕਦੀ ਸਰਦੀ ਕਦੀ ਗਰਮੀ, ਕਦੀ ਮੌਸਮੇ ਖਿਜ਼ਾਂ ਕਦੀ ਮੌਸਮੇ ਬਹਾਰ ਤੇ ਕਦੀ ਬਰਖਾ ਦੀ ਰੁੱਤ। ਮਨੁੱਖ ਦੀ ਜੀਵਨ ਸ਼ੈਲੀ ਤਿੰਨ ਹਿੱਸਿਆਂ ਦੇ ਤਕਸੀਮ ਹੈ। ਇਹ ਕੁਝ ਸਮਾਜਿਕ ਹੈ, ਕੁਝ ਧਾਰਮਿਕ ਹੈ, ਕੁਝ ਰਾਜਨੀਤਿਕ ਹੈ। ਮਨੁੱਖਤਾ ਦੇ ਆਦਿ ਕਾਲ ਤੋਂ ਐਸਾ ਚੱਲਿਆ ਆ ਰਿਹਾ ਹੈ। ਇਹ ਤਬਦੀਲੀ, ਇਹ ਪਰਿਵਰਤਨ ਇਹਦੀ ਸਮਾਜਿਕ ਜ਼ਿੰਦਗੀ 'ਚ ਵੀ ਹੁੰਦਾ ਰਿਹਾ ਹੈ, ਰਾਜਨੀਤੀ ਦੇ 'ਚ ਵੀ ਹੁੰਦਾ ਰਿਹਾ ਹੈ, ਹੋ ਰਿਹਾ ਹੈ, ਔਰ ਧਰਮ ਦੀ ਦੁਨੀਆ ਦੇ 'ਚ ਵੀ ਤਬਦੀਲੀ ਆਉਂਦੀ ਹੀ ਰਹੀ ਹੈ। ਜਦ ਕਦੀ ਕੋਈ ਅਵਤਾਰੀ ਪੁਰਸ਼ਾਂ ਦਾ ਪ੍ਰਕਾਸ਼ ਬ੍ਰਹਿਮੰਡ ਦੇ 'ਚ ਫੈਲਦਾ ਹੈ, ਜਦ ਕਿਧਰੇ ਕੋਈ ਪੈਗੰਬਰੀ ਪੁਰਸ਼ਾਂ ਦੇ ਗੀਤ ਜਗਤ ਨੂੰ ਮੁਤਾਸਰ ਕਰਦੇ ਨੇ, ਪ੍ਰਭਾਵਿਤ ਕਰਦੇ ਨੇ, ਔਰ ਉਹਨਾਂ ਬਚਨਾਂ ਦੇ ਅਨੁਕੂਲ ਮਨੁੱਖਤਾ ਫੈਸਲਾ ਕਰਦੀ ਹੈ ਆਪਣਾ ਜੀਵਨ ਢਾਲਣ ਦੀ, ਤਾਂ ਕਦੀ ਕਦੀ ਐਸਾ ਵੀ ਹੋ ਜਾਂਦਾ ਹੈ ਇਹ ਚਾਨਣਾ ਵੀ ਧੁੰਦ ਦੀ ਲਪੇਟ ਦੇ 'ਚ ਆ ਜਾਂਦਾ ਹੈ। ਜੈਸੇ ਸੂਰਜ ਦਾ ਇਤਨਾ ਵੱਡਾ ਪ੍ਰਕਾਸ਼ ਕਦੀ ਕਦਾਈ ਕਾਲੀ ਬਦਲੀਆਂ ਕਰਕੇ ਅਲੋਪ ਹੋ ਜਾਂਦਾ ਹੈ, ਔਰ ਜਿਤਨਾ ਪ੍ਰਕਾਸ਼ ਸੂਰਯ ਦਾ ਪ੍ਰਿਥਵੀ ਤੇ ਪਹੁੰਚਣਾ ਚਾਹੀਦਾ ਸੀ ਨਹੀਂ ਪਹੁੰਚਦਾ। ਪੈਗੰਬਰਾਂ ਦਾ ਪ੍ਰਕਾਸ਼, ਅਵਤਾਰੀ ਪੁਰਸ਼ਾਂ ਦੀ ਰੋਸ਼ਨੀ ਜਿਤਨੀ ਮਨੁੱਖਾਂ ਦੇ ਹਿਰਦਿਆਂ ਤੱਕ ਪਹੁੰਚਣੀ ਚਾਹੀਦੀ ਹੈ ਨਹੀਂ ਪਹੁੰਚਦੀ। ਕਿਉਂ? ਸਮੇਂ ਦਾ ਧੁੰਦ, ਵਕਤ ਦਾ ਧੁੰਦ, ਵਕਤ ਦਾ ਗੁਬਾਰ ਉਸ ਮਹਾਨ ਚਾਨਣੇ ਦੇ ਆਲੇ ਦੁਆਲੇ ਛਾ ਜਾਂਦਾ ਹੈ। तो फिर कुछ ऐसियां हवावां चलदियां ने जो उस धुंध ਨੂੰ ਇੱਕ ਪਾਸੇ ਕਰਦੀਆਂ ਨੇ ਤੇ ਫਿਰ ਪ੍ਰਕਾਸ਼ ਉਜਵਲ ਹੋ ਜਾਂਦਾ ਹੈ। ਇਸ ਦੇਸ਼ ਦੇ ਵਿੱਚ ਵੀ ਧਰਮ ਦੇ ਬੜੇ ਤਜਰਬੇ ਹੋਏ, ਕਦੀ ਸਨਾਤਨ ਮਤ, ਕਦੀ ਜੈਨ ਮਤ, ਕਦੀ ਬੌਧ ਮਤ, ਕਦੀ ਸਿੱਖ ਮਤ। ਇਹਨਾਂ ਦੇ ਅਵਤਾਰੀ ਪੁਰਸ਼ਾਂ ਨੇ ਬੜਾ ਵਿਆਪਕ ਚਾਨਣਾ ਜਗਤ ਨੂੰ ਦਿੱਤਾ, ਮਨੁੱਖਤਾ ਦੀ ਗੋਦ ਦੇ 'ਚ ਪਾਇਆ। ਲੇਕਿਨ ਵਕਤ ਦੀ ਧੁੰਦ, ਵਕਤ ਦਾ ਗੁਬਾਰ ਇਸ ਚਾਨਣੇ ਦੇ ਅੱਗੋਂ ਜਦ ਵੀ ਆਇਆ ਤਾਂ ਕੋਈ ਨਵੀਂ ਹਵਾ ਚੱਲੀ ਜਿਸ ਨੇ ਉਸ ਧੁੰਦ ਨੂੰ ਪਰੇ ਕੀਤਾ। ਇਸ ਦੇਸ਼ ਦੇ 'ਚ ਜਦ ਵੀ ਪ੍ਰਾਚੀਨ ਸਨਾਤਨ ਧਰਮ ਤੇ ਧੁੰਦ ਛਾਈ ਤਾਂ ਭਗਤਾਂ ਨੇ ਇਸ ਧੁੰਦ ਨੂੰ ਇੱਕ ਪਾਸੇ ਕੀਤਾ। ਸਵਾਮੀ ਰਾਮਾਨੰਦ, ਸਵਾਮੀ ਪਰਮਾਨੰਦ, ਭਗਤ ਜੈ ਦੇਵੀ, ਸ਼੍ਰੀ ਨਾਮਦੇਵ, ਤ੍ਰਿਲੋਚਨ, ਸਦਨਾ, ਸੈਨ ਇਤਿਆਦਿਕ ਨੇ ਇਸ ਧੁੰਦ ਨੂੰ ਆਪਣੇ ਬੋਲਾਂ ਦੇ ਰਾਹੀਂ, ਆਪਣੀ ਜੀਵਨ ਸ਼ੈਲੀ ਦੇ ਰਾਹੀਂ, ਆਪਣੀ ਤਪੱਸਿਆ ਦੇ ਰਾਹੀਂ, ਆਪਣੀ ਸਾਧਨਾ ਦੇ ਰਾਹੀਂ ਇੱਕ ਪਾਸੇ ਕੀਤਾ, ਔਰ ਨਵੇਂ ਸਿਰਿਓਂ ਮਨੁੱਖਤਾ ਦੀ ਰੁਚੀ ਪ੍ਰਕਾਸ਼ ਦੇ 'ਚ ਪੈਦਾ ਕੀਤੀ। ਪ੍ਰਕਾਸ਼ ਦਾ ਪਿਆਰ, ਪ੍ਰਕਾਸ਼ ਨਾਲ ਸੰਬੰਧ ਜੋੜਿਆ। ਇਸੇ ਤਰ੍ਹਾਂ ਹੀ ਮਹਾਨ ਪੈਗੰਬਰੀ ਪੁਰਸ਼ ਹਜ਼ਰਤ ਮੁਹੰਮਦ ਸਾਹਿਬ ਤੋਂ ਜੋ ਅਮਰ ਕਲਾਮ, ਖੁਦਾਈ ਕਲਾਮ ਨਾਜ਼ਲ ਹੋਈ, ਜਿਸ ਤੋਂ ਬਹੁਤੀ ਦੁਨੀਆ ਮੁਤਾਸਰ ਹੋਈ, ਸਮੇਂ ਦਾ ਪ੍ਰਭਾਵ ਤੇ ਹਰ ਇੱਕ ਤੇ ਪੈਂਦਾ ਹੈ। ਜਦ ਸਮੇਂ ਦੀ ਧੁੰਦ ਦੇ 'ਚ ਇਹ ਬੋਲ ਥੋੜੇ ਜਿਹਾ ਓਝਲ ਹੋਏ ਤਾਂ ਸੂਫੀ ਸੰਤਾਂ ਦੀ ਪਰੰਪਰਾ ਇਸਲਾਮ ਦੇ 'ਚ ਚਲੀ। ਬੜੇ ਬੜੇ ਮਹਾਨ ਸੂਫੀ ਸੰਤਾਂ ਨੇ ਇਸਲਾਮੀ ਦੁਨੀਆ ਨੂੰ ਨਵੇਂ ਸਿਰਿਓਂ ਚਾਨਣਾ ਦਿੱਤਾ ਤੇ ਮਨੁੱਖਤਾ ਦੀ ਝੋਲੀ ਦੇ 'ਚ ਨਵੇਂ ਸਿਰਿਓਂ ਨਵਾਂ ਪ੍ਰਕਾਸ਼ ਪਾਇਆ। ਇਹਨਾਂ ਦੇ 'ਚ ਮਨਸੂਰ, ਸਰਮਦ, ख्वाजा उमैयुद्दीन चिश्ती, हजरत निज़ामुद्दीन, शमस तबरेज़, मौलाना रूम, जनाब हाफिज शेख सादी,
ਇਹ ਸੂਫੀ ਪਰੰਪਰਾ ਦੇ ਹੀ ਸੰਤ ਨੇ ਔਰ ਇਸੇ ਹੀ ਪਰੰਪਰਾ ਦੇ ਮਹਾਨ ਚਸ਼ਮੋ ਚਿਰਾਗ ਬਾਬਾ ਫਰੀਦ, ਜਿਨ੍ਹਾਂ ਦਾ ਅਮਰ ਕਲਾਮ, ਜਿਨ੍ਹਾਂ ਦੇ ਅੰਮ੍ਰਿਤਮਈ ਬਚਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਮੌਜੂਦ ਨੇ। ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੋ ਜਗਤ ਦੇ ਉਧਾਰਕ ਤਾਰਕ ਹਨ, ਇਸ ਕਲਾਮ ਨੂੰ ਸੰਭਾਲ ਕੇ ਰੱਖਦੇ ਨੇ ਜਗਤ ਦੀ ਭਲਾਈ ਲਈ, ਮਨੁੱਖਤਾ ਦੇ ਉਧਾਰ ਲਈ। ਸੂਫੀ ਪਰੰਪਰਾ ਦੇ ਬਾਬਾ ਫਰੀਦ ਅਨਮੋਲ ਹੀਰੇ ਨੇ। ਇਹਨਾਂ ਦੀ ਬਾਣੀ ਵਿੱਚ ਬੈਰਾਗ, ਤਿਆਗ, ਰੱਬੀ ਤੜਪ, ਈਸ਼ਵਰੀ ਖਿੱਚ ਡੁੱਲ ਡੁੱਲ ਕੇ ਪੈਂਦੀ ਹੈ। ਬਾਬਾ ਫਰੀਦ ਵੈਸੇ ਤੇ ਆਪ ਅਫਗਾਨੀ ਕੌਮ ਨਾਲ ਸੰਬੰਧਿਤ ਨੇ। ਅਫਗਾਨਿਸਤਾਨ ਆਪਣੀ ਹੋਂਦ ਤੋਂ ਸ਼ੁਰੂ ਤੋਂ ਹੀ ਖਾਨਾ ਜੰਗੀ ਦੀ ਲਪੇਟ ਵਿੱਚ ਰਿਹਾ ਹੈ। ਇਹ ਖਿੱਤਾ ਬਹੁਤ ਵੀਰ ਰਸ ਨਾਲ ਪੂਰਤ ਹੈ। ਬੜੇ ਅਣਖੀਲੇ ਲੋਕ ਨੇ ਔਰ ਅਣਖ ਦੀ ਖਾਤਰ ਜੀਵਦੇ ਨੇ, ਅਣਖ ਦੀ ਖਾਤਰ ਮਰ ਜਾਂਦੇ ਨੇ। ਬਾਬਾ ਫਰੀਦ ਦੇ ਸਮੇਂ ਗਾਲਬਨ 12ਵੀਂ ਸਦੀ ਈਸਵੀ ਦੇ ਵਿੱਚ ਕਾਬਲ ਦਾ ਬਾਦਸ਼ਾਹ ਫਰਖ ਸ਼ਾਹ ਸੀ। ਗਜ਼ਨੀ ਦੇ ਬਾਦਸ਼ਾਹ ਨਾਲ ਉਸ ਦਾ ਤਾਲਮੇਲ ਨਹੀਂ ਬੈਠ ਸਕਿਆ ਸੀ ਤੇ ਸਾਰਾ ਅਫਗਾਨਿਸਤਾਨ ਛੋਟੇ ਛੋਟੇ ਰਜਵਾੜਿਆਂ ਦੇ ਤਕਸੀਮ ਸੀ। ਅਕਸਰ ਖਾਨਾ ਜੰਗੀ ਰਹਿੰਦੀ ਸੀ। ਉਸੇ ਹੀ ਖਾਨਾ ਜੰਗੀ ਤੋਂ ਤੰਗ ਆ ਕੇ ਫਰਖ ਸ਼ਾਹ ਦੇ ਛੋਟੇ ਭਰਾ ਸ਼ੇਖ ਸਈਬ ਨੇ ਵਤਨ ਛੋੜ ਦਿੱਤਾ, ਅਫਗਾਨਿਸਤਾਨ ਨੂੰ ਤਿਆਗ ਦਿੱਤਾ, ਹਿੰਦੁਸਤਾਨ ਦੇ ਚ ਆ ਗਿਆ। ਪਹਿਲੇ ਆ ਕੇ ਕਸੂਰ ਵਸੇ ਔਰ ਫਿਰ ਜਾ ਕੇ ਮੁਲਤਾਨ ਦੇ ਕਸਬੇ ਪਾਕਪਟਨ ਦੇ ਵਿੱਚ ਪੱਕੇ ਤੌਰ ਤੇ ਰਿਹਾਇਸ਼ ਪਜ਼ੀਰ ਹੋ ਗਏ। ਆਪ ਦੇ 3 ਲੜਕੇ ਸਨ, ਜਿਨ੍ਹਾਂ ਦੇ ਚੋਂ ਵੱਡਾ ਲੜਕਾ ਸੀ ਜਮਾਲੁੱਦੀਨ। ਕਹਿੰਦੇ ਨੇ ਜਿਨ੍ਹਾਂ ਦਿਨਾਂ 'ਚ ਸ਼ੇਖ ਸਈਬ ਅਫਗਾਨਿਸਤਾਨ ਨੂੰ ਛੋੜ ਕੇ ਹਿੰਦੁਸਤਾਨ ਦੇ ਚ ਆਏ, ਉਹਨਾਂ ਦਿਨਾਂ 'ਚ ਹੀ ਮੌਲਵੀ ਕੁਤਬੁਦੀਨ, ਜੋ ਮੁਹੰਮਦ ਸ਼ਾਹ ਦੇ ਭਰਾ ਅਬਾਸ ਦੇ ਖਾਨਦਾਨ ਦੇ ਚੋਂ ਸੀ, ਹਜ਼ਰਤ ਅਬਾਸ ਦੇ ਖਾਨਦਾਨ ਦੇ ਚੋਂ ਵਜੀਦੁੱਦੀਨ, ਇਸਨੇ ਇੱਕ ਲੜਕੀ ਗੋਦ ਲਈ ਹੋਈ ਸੀ। ਇਹ ਲੜਕੀ ਮੁਹੰਮਦ ਸ਼ਾਹ ਅਬਦੁੱਲਾ ਦੀ ਸੀ ਔਰ ਇਹ ਹਜ਼ਰਤ ਅਲੀ ਦੇ ਖਾਨਦਾਨ ਨਾਲ ਸੰਬੰਧਿਤ ਸੀ। ਹਜ਼ਰਤ ਅਲੀ ਮੁਹੰਮਦ ਸਾਹਿਬ ਦੇ ਦਾਮਾਦ ਸਨ। ਇਸ ਲੜਕੀ ਦਾ ਨਾਂ ਸੀ ਮਰੀਮ। ਇਹ ਜਦ ਜਵਾਨ ਹੋਈ तो इस दी शादी शेख सईब दे वड्डे लड़के जमालुद्दीन नाल कर दिती गई, जिस दी कुख तो गालबन 1127 दे 12वीं सदी दे रमजान दे महीने दे फरीदुद्दीन भाव बाबा फरीद जी का जन्म होया। आप नूं फरीद सानी करके भी कहते ने, शेख बाबा फरीद गंज शगर करके भी कहते ने। गंज शकर अज भी इसे नाम नाल सारे भारत ते पाकिस्तान बंगलादेश दे जाने जाते ने। गंज शकर, गंजे शकर, शकर दा खजाना, मिठास दा खजाना। कहते ने कि आप दे मुखार बिन तो जो बोल निकलदा सी, लोकां दे हिरदे नूं मिठास नाल भर देंदा सी। एक एक बचन मानो शहद, एक एक बोल मानो शकर
करामाती कहानियां भी बहुत जुड़ियां ने, पर इस नाल ही मन सहमत है कि एक एक बोल अमृतमई सी, मिठास नाल भरिया होया सी। तदे आप दा नाम पै गया गंजे शकर। भाई साहब भाई नंद लाल ने गुरु गोबिंद सिंह जी महाराज दे बोलां बारे एक बड़ी सोहनी तशबीह दिती है। मिसले दहाने तंग तो तुंगे शकर न बाशद, ई मिसल रा के गुफ्तम जी खूब तर न बाशद। ऐ मेरे मुर्शद, थोड़ा एक बोल एक बोरी खंड वर्गा है। ई मिसल रा के गुफ्तम, ये जो मैं मिसाल दिती है ये खूब नहीं है, अच्छी नहीं है, चंगी नहीं है। क्यों? ई मिसल रा के गुफ्तम जी खूब तर न बाशद, एक कोई अच्छी मिसाल में पेश नहीं की थी। क्यों? एक बोरी खंड 1000 मुखड़े मिठे करेगी और ये मिठास कुछ थोड़े क्षणों तक मुंह दे च रहेगी, और एक बोरी खंड दी खत्म हो गई, चली गई। पर ऐ मेरे मुर्शद, ऐ मेरे पातशाह धन गुरु गोबिंद सिंह, थोड़ा एक एक बोल करोड़ां जिंदगियां दे च मिठास भरदा है और बचन अपनी थां ते अमर रहिंदा है, और ये सदी भी मिठास वंडदा रहिंदा है। इस वास्ते ई मिसल रा के गुफ्तम जी खूब तरना बाशद, भावें मिसाल कोई खास नहीं है, लेकिन मजबूरी दे च इन्हां ही पदार्थां दी, इन्हां ही वस्तुआं दी मिसाल बड़े बड़े भगतां नूं, शरधालुआं नूं देनी पैंदी है। तो बाबा फरीद दा एक एक बोल जो मिठास नाल भरिया होया सी, रस नाल भरिया होया सी, इनू शकर नाल तशबीह दे दिती ते आप दा नाम पै गया बाबा फरीद शकरगंज, फरीद सानी। इन्हां दे उंज ते बहुत सारे शब्द धन गुरु ग्रंथ साहब जी महाराज दे च ने, पर आप दी खास बाणी सलोकां दी बाणी है, जिन्हों सलोक श्री फरीद जी करके कहते ने। गालबन ये 131 सलोक ने, जिन्हां दे चों कुछ सलोक धन गुरु नानक देव जी महाराज दे, गुरु अमरदास जी महाराज दे, गुरु रामदास जी महाराज दा एक सलोक ते गुरु अर्जन देव जी दे ने। बाकी सारे सलोक बाबा फरीद जी दे ने। किधरे किधरे फरीद दे सलोकां दे अर्थ करन लगिया कोई अर्थकार टपला ना खा जाए, तो चेतावनी वजों गुरु नानक देव जी ने, गुरु अमरदास जी ने, गुरु रामदास जी ने, गुरु अर्जन देव जी ने एक एक दो दो सलोक अपने दर्ज कीते ने, ये दसन लई कि फरीद ऐ कुछ कह रहे ने, इसनूं इस ढंग नाल समझना। ये सलोक इस तरह आरंभ होंदे ने। एक ओंकार सतगुरु प्रसाद, सलोक शेख फरीद के, जित दिहाड़े धनवरी सोए ले लिखाए, मलक जे कन्नी सुनीदा मुंह देखा ले आए, जिंद ने माणी कढ़िए हड्डां कू कड़काए, साए लिखे न चलनी जिंदू को समझाए, जिंद वहोटी मरण वर ले जासी परणाए, आपन हथी जोल कै गल लगे धाय, वालो निकी पुरसलात कन्नी ना सुनियाए, फरीदा किणी पवंदई खड़ा न आप मुहाए। मनुख दी इस देही बारे बाबा फरीद इंज ज्ञान दे रहे ने कि जिस तरह जन्म दा दिन निश्चित है, बिल्कुल निश्चित है,
ਮਰਨ ਦਾ ਦਿਨ ਵੀ ਨਿਸ਼ਚਿਤ ਹੀ ਹੈ। ਇਹ ਦਿਨ ਕਿਹੜਾ ਹੈ? ਇਸ ਦਾ ਬੋਧ ਭਾਵੇਂ ਮਨੁੱਖ ਨੂੰ ਨਾ ਹੋਵੇ, ਪਰ ਪ੍ਰਮਾਤਮਾ ਦੀ ਤਰਫੋਂ ਇਹ ਦੋਵੇਂ ਦਿਨ ਨਿਸ਼ਚਿਤ ਨੇ। ਅਕਸਰ ਜਿਸ ਦਿਨ ਮਨੁੱਖ ਦਾ ਜਨਮ ਹੋ ਜਾਂਦਾ ਹੈ, ਮਰਨ ਤੱਕ ਉਸੇ ਦਿਨ ਨੂੰ ਚੇਤੇ ਰੱਖਦਾ ਹੈ। ਜਦ ਕਿ ਜਨਮ ਹੋ ਗਿਆ ਤਾਂ ਹੁਣ ਜਨਮ ਦਿਨ ਨੂੰ ਭੁਲਾ ਮਰਨ ਦਿਨ ਨੂੰ ਚੇਤੇ ਕਰ। ਜੋ ਹੋ ਗਿਆ ਸੋ ਹੋ ਗਿਆ, ਜੋ ਹੋਣ ਵਾਲਾ ਹੈ ਉਹਨੂੰ ਚੇਤੇ ਰੱਖ, ਉਹਨੂੰ ਯਾਦ ਰੱਖ। ਬਾਬਾ ਫਰੀਦ ਕਹਿੰਦੇ ਨੇ, ਜਿਤ ਦਿਹਾੜੇ ਧਨਵਰੀ ਸਾਹੇ ਲਹੇ ਲਿਖਾਏ। ਜਿਸ ਦਿਨ ਇਹ ਜੀਵ ਸਰੀਰ ਦੇ ਚ ਆਇਆ ਹੈ, ਉਸ ਦਿਨ ਦਾ ਹੀ ਇਸ ਦਾ ਮਰਨਾ ਲਿਖਿਆ ਗਿਆ ਹੈ, ਨਾਲ ਹੀ ਸੰਬੰਧਿਤ ਹੈ। ਮਲਕ ਜੇ ਕੰਨੀ ਸੁਣੀ ਦਾ ਮੋਹ ਦੇ ਖਾਲੇ ਆਏ। ਉਹ ਮੌਤ ਦਾ ਫਰਿਸ਼ਤਾ ਜੋ ਅਕਸਰ ਕੰਨਾਂ ਨਾਲ ਸੁਣਦੇ ਹਾਂ, ਜਿਸ ਤਰ੍ਹਾਂ ਇਸਲਾਮ ਦੇ ਇਸ ਫਰਿਸ਼ਤੇ ਦਾ ਨਾਂ ਹੈ ਅਜਰਾਈਲ। ਸਾਡੇ ਚ ਕਹਿ ਦਿੰਦੇ ਨੇ ਜਮਦੂਤ। ਜਿਸ ਦਿਨ ਜਮਦੂਤ ਆਣਗੇ, ਜਮ ਆਣਗੇ, ਲੈ ਜਾਣਗੇ। ਇਸਲਾਮ ਦੇ ਚ ਕਹਿੰਦੇ ਨੇ ਜਦ ਅਜਰਾਈਲ ਫਰਿਸ਼ਤਾ ਆਵੇਗਾ, ਜਿਸ ਦਿਨ ਮੋਹ ਆਕੇ ਜੋ ਹੈ ਦਿਖਾਏਗਾ, तो फिर की होवेगा? जिंद ने माणी कढ़ीए हड्डां को कड़काए। जिवें रोंदी होई बच्ची जद डोली दे च पाई जांदी है, उन्होंने पेके घरों कढ़िया जांदा है ते सौरे घर लई रुखसत कीता जांदा है। वो रुदन करदी होई घरों निकलदी है। इस तरह शरीर दे च जिंद पेके घर दे च है। आखिर एक ना एक दिन ते इसने जाना है, और एक ना एक दिन ते इस शरीर ने उस जिंद नूं रुखसत करना ही है। तो जद रुखसत कीता जांदा है, शरीर दे चों जद प्राण निकलदे ने, ये जिंद निकलदी है, तो वाकई सारा शरीर दा ढांचा इंज टुटदा है जिवें विदा करन लगिया मां रोंदी है, पिता दुखत है, भरा उदास बैठे ने, भैणा मायूस ने। इस विदायगी दे समय खुशी नाल भरिया होया पेके घर दा आंगन दुख नाल भर जांदा है, बिरहे नाल भर जांदा है, विछोड़े दी अग नाल भर जांदा है। और इस खुशी दे च भी सारियां दे नेत्र सज्जल हो जांदे ने, अश्कबार हो जांदे ने। हू बहु इसे तरीके नाल इस शरीर दे विचों जद जिंद निकलदी है, जांदी है, सारे शरीर नूं कुमला के रख देंदी है, तड़पा के रख देंदी है, मुरझा के रख देंदी है। जिंद ने माणी कढ़ीए हड्डां को कड़काए। हड्डियां नूं कड़का के, मांस नूं लिताड़ के जद ए जिंद काया दे चों निकलदी है, साहे लिखे न चलनी जिंदों को समझ आए। ये जो मरण दिन लिखिया जा चुके है, जिंद नूं उस समय समझाया जांदा है, तैनूं ते रुखसत होना पेगा, तैनूं ते जाना ही पेगा। इस शरीर दे च तेरा सदीवी वासा नहीं है। ऐ बच्ची, सदीवी वासा पेके घर दे च नहीं है। आखिर जाना ही पेगा, रुखसत होना ही पेगा। तो इस तरह जिंद नूं ये काया समझांदी है। जिंद वहोटी मरण वर ले जासी परणाए। मौत दा फरिश्ता इस जिंद रूपी वोटी नूं परणा के विआह के आखिर एक दिन ले जाएगा। आपन हथी जोल के कै गल लगे धाए। ये शरीर अपनी हथी इस जिंद नूं टोर के सोची पे है, ये जिंद किस दे गल जा लगेगी, किथे पहुंचेगी, किथे इसका जो है वसेबा होवेगा। तो इसका दृश्य बाबा फरीद इन्हां बोलां दे राहीं खिंचदे ने। वालों निक्की पुरसलात कन्नी ना सुनिया है। तू कन्ना नाल हे जिंद सुनिया नहीं। अगों जिहड़ा पुल है, पुल सरात, सरात पुल,
इतना निक्का है, वालों निक्की आखिए। जितना बारीक ए वाल है, केस है, इस तो भी बारीक है ओ पुल। इसनूं भगत कबीर इंज कहंदे ने, मुकुट द्वारा संपरा राई दसें भाए, मन तो मैगल होए रहा निकसिया क्यों कर जाए। ਉਹ ਮੋਕਸ਼ ਦੁਆਰ, ਧਰਮ ਦੁਆਰ, ਜਿੱਥੋਂ ਜਿੰਦ ਨੇ ਲੰਘਣਾ ਹੈ, ਉਹ ਤੇ ਰਾਈ ਦੇ ਦਾਣੇ ਦਾ 10ਵਾਂ ਹਿੱਸਾ ਹੈ। ਇਸਲਾਮ ਤੇ ਸੂਫੀ ਸੰਤ ਤੇ ਬਾਬਾ ਫਰੀਦ ਸਿਰਮੌਰ ਸੂਫੀ ਸੰਤ ਇੰਜ ਕਹਿ ਰਹੇ ਨੇ, ਉਹ ਜੋ ਪੁਲ ਸਰਾਤ ਹੈ, ਉਹ ਜੋ ਪੁਲ ਹੈ, ਉਹ ਤੇ ਵਾਲ ਤੋਂ ਵੀ ਨਿੱਕਾ ਆਖਿਆ ਜਾਂਦਾ ਹੈ, ਬਾਰੀਕ ਆਖਿਆ ਜਾਂਦਾ ਹੈ। ਵਾਲੋਂ ਨਿੱਕੀ ਪੁਲ ਸਲਾਤ, ਕੰਨੀ ਨਾ ਸੁਣਿਆ ਏ ਫਰੀਦਾ ਕਿਹੜੀ ਪਵੰਦਈ, ਖੜਾ ਨਾ ਆਪ ਮੁਹਾਏ। ਤੇਰੇ ਕੰਨਾਂ ਵਿੱਚ ਸ਼ਬਦ ਨਹੀਂ ਪੈ ਰਹੇ ਮਹਾਂਪੁਰਸ਼ਾਂ ਦੇ, ਅਵਤਾਰੀ ਪੁਰਸ਼ਾਂ ਦੇ ਬੋਲ, ਪੈਗੰਬਰਾਂ ਦੇ ਕਲਾਮ, ਕਿਹੜੀ ਪਵੰਦਈ ਤੇਰੇ ਕੰਨਾਂ ਵਿੱਚ ਨਹੀਂ ਪੈ ਰਹੇ। ਸੁਣ ਇਸ ਨੂੰ। ਇਸ ਤਰ੍ਹਾਂ ਦਾ ਮਾਹੌਲ ਹੈ। ਅੱਗੇ ਇਸ ਤਰ੍ਹਾਂ ਦਾ ਜੋ ਹੈ ਰਸਤਾ ਹੈ, ਖੜਾ ਨਾ ਆਪ ਮੁਹਾਏ। ਆਪਣੇ ਆਪ ਨੂੰ ਇਸ ਤਰ੍ਹਾਂ ਨਾ ਲੁਟਾ, ਆਪਣੇ ਆਪ ਨੂੰ ਇਸ ਤਰ੍ਹਾਂ ਬਰਬਾਦ ਨਾ ਕਰ। ਸਮਾਂ ਬਹੁਤ ਕੀਮਤੀ, ਜ਼ਿੰਦਗੀ ਬਹੁਤ ਕੀਮਤੀ, ਔਰ ਐਸਾ ਸਾਜ਼ੋ ਸਮਾਨ ਬਣਾ, ਐਸਾ ਇੰਤਜ਼ਾਮ ਕਰ ਕਿ ਇਸ ਜਿੰਦ ਨੂੰ ਸਹੁਰੇ ਘਰ ਦੇ 'ਚ, ਪਰਮਾਤਮਾ ਦੇ ਘਰ ਦੇ 'ਚ, ਖੁਦਾ ਦੇ ਘਰ ਦੇ 'ਚ ਸਦੀਵੀ ਵਸੇਬਾ ਨਸੀਬ ਹੋਵੇ, ਔਰ ਇਸ ਦਾ ਆਉਣਾ ਜਾਵਣਾ ਖਤਮ ਹੋਵੇ। ਬਾਬੇ ਫਰੀਦ ਦਾ ਇਹ ਪਹਿਲਾ ਸ਼ਲੋਕ। ਫਰੀਦਾ ਦਰ ਦਰਵੇਸੀ ਗਾਖੜੀ, ਚੱਲਾ ਦੁਨੀਆ ਭਾਥੇ, ਬਨ ਉਠਾਈ ਪੋਟਲੀ, ਕਿੱਥੇ ਵੰਜਾਂ ਘਾਤੇ। ਮਹਾਂਪੁਰਸ਼ਾਂ 'ਚ ਇੱਕ ਮਹਾਨ ਖੂਬੀ ਆਉਂਦੀ ਹੈ ਕਿ ਨਿਰਮਾਣਤਾ, ਗਰੀਬੀ ਇਹਨਾਂ ਦੇ ਰੋਮ ਰੋਮ ਦੇ 'ਚ ਕੁੱਟ-ਕੁੱਟ ਕੇ ਭਰੀ ਆਉਂਦੀ ਹੈ। ਕਹਿੰਦੇ ਹਾਂ ਤੇ ਦਰਵੇਸ਼, ਪਰ ਪ੍ਰਮਾਤਮਾ ਦੇ ਦਰ ਦੀ ਇਹ ਦਰਵੇਸ਼ੀ ਬਹੁਤ ਔਖੀ ਹੈ, ਬੜੀ ਗਖੜੀ ਹੈ। ਦਰਵੇਸ਼ ਦਾ ਮਤਲਬ ਹੀ ਹੈ ਜੋ ਖੁਦਾ ਦਾ ਦਰ ਮਲ ਕੇ ਬੈਠ ਜਾਏ, ਜੋ ਖੁਦਾ ਦਾ ਬੂਆ ਮਲ ਕੇ ਬੈਠ ਜਾਏ ਤੇ ਖੁਦਾ ਦੇ ਬੂਏ ਤੋਂ ਬਿਨਾਂ ਹੋਰ ਕਿਸੇ ਦੇ ਬੂਏ ਤੇ ਜਾਏ ਹੀ ਨਾ, ਉਸੇ ਨੂੰ ਹੀ ਅਰਬੀ ਫਾਰਸੀ 'ਚ ਕਹਿੰਦੇ ਨੇ ਦਰਵੇਸ਼। ਪਰ ਬਾਬਾ ਫਰੀਦ ਕਹਿੰਦੇ ਨੇ ਦਰਵੇਸ਼ੀ ਬੜੀ ਔਖੀ ਹੈ, ਬੜੀ ਬਿਖਮ ਹੈ। ਫਰੀਦਾ ਦਰ ਦਰਵੇਸ਼ੀ ਗਾਖੜੀ, ਚੱਲਾ ਦੁਨੀਆ ਭਾਥੇ। ਮੈਂ ਤੇ ਦੁਨੀਆਦਾਰਾਂ ਦੀ ਤਰ੍ਹਾਂ ਚੱਲ ਰਿਹਾ। ਬਾਣਾ ਦਰਵੇਸ਼ੀ ਦਾ ਹੈ, ਲੋਕ ਦਰਵੇਸ਼ ਕਹਿੰਦੇ ਨੇ, ਪਰ ਮੇਰੀ ਚਾਲ ਦੇ 'ਚ ਦਰਵੇਸ਼ੀ ਨਹੀਂ ਹੈ, ਮੇਰੇ ਬੋਲਾਂ ਦੇ 'ਚ ਦਰਵੇਸ਼ੀ ਨਹੀਂ। ਮੇਰੇ ਬੋਲਾਂ ਦੇ 'ਚ, ਮੇਰੇ ਚਾਲ ਦੇ 'ਚ, ਮੇਰੇ ਕਿਰਦਾਰ ਦੇ 'ਚ ਤੇ ਦੁਨੀਆ ਹੈ, ਸੰਸਾਰ ਹੈ। ਬਨ ਉਠਾਈ ਪੋਟਲੀ, ਕਿੱਥੇ ਵੰਜਾਂ ਘਾਤੇ। ਇਹ ਦਰਵੇਸ਼ੀ ਦੀ ਪੰਡ ਜੋ ਮੈਂ ਸਿਰ ਤੇ ਚੁੱਕੀ ਹੈ, ਇਹ ਕਿੱਥੇ ਰੱਖਦੇ ਆ? ਭਾਵ ਦੁਨੀਆ 'ਚ ਤੇ ਮੈਂ ਰੱਖ ਨਹੀਂ ਸਕਦਾ। ਖੁਦਾ ਦੇ ਬੂਏ ਤੇ ਇਸ ਪੰਡ ਨੂੰ ਪਹੁੰਚਾਵਾਂ, ਗਾਖੜਾ ਲੱਗਦਾ ਹੈ, ਔਖਾ ਲੱਗਦਾ ਹੈ, ਬਿਖਮ ਹੈ ਮਾਰਗ। ਕਿਉਂ ਕਿ ਮੇਰੀ ਚਾਲ ਦੇ 'ਚ ਦੁਨੀਆ ਹੈ, ਮੇਰੀ ਚਾਲ ਦੇ 'ਚ ਖੁਦਾਈ ਨਹੀਂ। ਮੇਰੀ ਚਾਲ ਦੇ ਸੰਸਾਰ ਹੈ, ਮੇਰੀ ਗਤੀ ਨਿਰੰਕਾਰ ਦੀ ਤਰਫ ਨਹੀਂ। ਇਸ ਤਰ੍ਹਾਂ ਦਾ ਹਾਲ ਆਪਣੇ ਮਨ ਦਾ ਬਾਬਾ ਫਰੀਦ ਜਗਤ ਦੇ ਸਾਹਮਣੇ ਔਰ ਜਗਤ ਦੇ ਮਾਲਿਕ ਖੁਦਾ ਦੇ ਸਾਹਮਣੇ ਰੱਖ ਰਹੇ ਨੇ। ਕਿਝ ਨਾ ਬੁਝੇ, ਕਿਝ ਨਾ ਸੁਝੇ, ਦੁਨੀਆ ਗੁੱਜੀ ਭਾਏ। ਸਾਈਂ ਮੇਰੇ ਚੰਗਾ ਕੀਤਾ, ਨਾਈ ਤਾਂ ਹਮ ਵੀ ਦੱਜਾਂ ਆਏ। ਕੁਛ ਵੀ ਸਮਝ ਨਹੀਂ ਮਨੁੱਖਾਂ ਨੂੰ, ਇਸ ਦੁਨੀਆਦਾਰਾਂ ਨੂੰ, ਇਹਨਾਂ ਸੰਸਾਰੀ ਮਨੁੱਖਾਂ ਨੂੰ।
कुछ भी पता नहीं, गुज्जी भाह दे च जल रहे ने, चिंता दे च जल रहे ने, तृष्णा च जल रहे ने, क्रोध दे च जल रहे ने। साईं मेरे चंगा कीता, मेरे रब ने, मेरे खुदा ने मेरे लिए चंगा कीता, दरवेश बना दिता, अपने बुए ते बिठा दिता। नहीं तो हम भी दज्जा आ है, नहीं ते इस आ चिंता दी अग दे च मैं भी जल जाना सी, मैं भी सड़ जाना सी, मेरा भी ओही हाल होना सी जो दुनिया दा हाल हो रहा है, गुज्जी भाह दे च छुपी हुई अग दे च जल रही है। फरीदा जे जाना तिल थोड़े, संबले बुक भरी, जे जाना सो नडड़ा, थोड़ा माण करी। लहिंदे पंजाब दे विआह दे समय जद वोटी सहुरे घर पहुंचती है तो तिलवेतरे कीते जांदे ने। तिलवेतरे ये नवीं विआही घर दे च परच जाए, वस जाए, सारियां नाल सांझ बने तो तिलवेतरे कीते जांदे ने। एक भांडे दे च तिल पा के पति वो तिल पत्नी दे हत्थां च रखदा है, पत्नी फिर पति दे हत्थां च रखदी है। इस तरह एक दूजे दे हत्थां दे उत्ते बार बार तिल रखने इनू तिलवेतरे कहंदे ने। लाहौर तो परे तमाम लहिंदे पंजाब दे च ये रस्म विआह दे समय बकायदा प्रचलित सी और प्रचलित है। फिर ये तिलवेतरे बाद दे च निनाणा नाल और दराणियां नाल, जिठाणियां नाल, देवर नाल, जेठ नाल, सब नाल कराए जांदे सन ताकि इस तरह सांझ बने ये कौन कौन ने, घर दे किहड़े किहड़े फर्द ने, और इस तरह ये परच के घर दा हिस्सा बन जाए। पहली सांझ इन्हां तिलवेतरियां नाल जोड़ी जांदी सी। बाबा फरीद इत्थे कहंदे ने, जे जाना तिल थोड़े संभल बुक भरी। जे तिल ही थोड़े सन तो संभल के बुक भरनी सी। जे स्वास ही थोड़े ने कोल तो इन्हां नूं संभल के वरतना है, संभल के देना है, संभल के दूजे दे हत्थ च पाना है। इन्हां स्वासां दे नाल सांझ जुड़दी है जगत दे च, पर ढंग नाल जोड़नी है और स्वासां नूं ढंग नाल खर्च करना है, क्योंकि ते थोड़े ने, गिणती मिणती दे ये श्वास ने, बहुत ज्यादा नहीं। जे जाना सौ नडड़ा, थोड़ा माण करी, सौ नडड़ा। जे मैं इस गल नूं जाणिया हुंदा कि खुदा वास्तविक बाला प्रीतम है, बालक बुद्ध है, बाल जैसा, बच्चे जैसा अज्ञान नहीं, बच्चे जैसा स्वभाव, बच्चे दा स्वभाव बड़ा बोला है, बच्चा अंदरों बाहरों एक है। शायद यही कारण है कि बच्चा बहुत प्यारा लगता है, बहुत प्यारा लगता है। जानी दुश्मन भी होवे कोई किसे दा तां भी बच्चा ते उसनूं प्रभावित करता है। बच्चे दी मासूमियत, बच्चे दी पवित्रता, बच्चे दा भोलापन, बच्चे दा अंदरों बाहरों एक होना हर एक नूं जो है प्रभावित करता है। जे मैनू पता होंदा कि वह परमात्मा ते नडड़ा है, बाल बुद्ध है, बालक जैसा है, तो मैं जवानी दा, वडपणे दा माण इतना ना करदी। मैं इस हंकार दे च ना रहिंदी। हंकार एक मासूम बच्चे दे च नहीं है, परमात्मा दे च नहीं है। बच्चे दी जड़ी अवस्था है वही परमात्मा दी अवस्था है, और संत दी जो अवस्था है, फकीर दी अवस्था है, वही भी बच्चे जैसी है। हजरत ईसा कहा जब करदे सन, मेरे खुदा दे राज दे च बच्चे ही प्रवेश कर सकणगे। गुरु अर्जन देव जी महाराज कहंदे ने, पायो बाल बुद्ध सुखरे। बच्चे जैसा जब बोध धारण कीता है तो सुख दी प्राप्ति हो गई है, परमात्मा दी प्राप्ति हो गई है। हू बहु यही भाव बाबा फरीद अपने इस पावन श्लोक दे राहीं साडे सामने रख रहे हैं।
जे जाना लड़ छिजणा, पीढ़ी पाई गंड, तैजे वड मैं नाए को, सब जग डिठा हंड। ਲਾਵਾਂ ਦੇ ਸਮੇਂ, ਫੇਰੇ ਦੇ ਸਮੇਂ ਕੁੜੀ ਤੇ ਮੁੰਡੇ ਦੇ ਪੱਲਿਆਂ 'ਚ ਗੰਢ ਪਾ ਦਿੱਤੀ ਜਾਂਦੀ ਹੈ। ਬਾਬਾ ਫਰੀਦ ਕਹਿੰਦੇ ਨੇ, ਜੇ ਵਾਕਈ ਇਹ ਲੜ ਛਿਝ ਜਾਣਾ ਸੀ, ਮੇਰਾ ਸਿਮਰਨ ਭੁਲੇਖਿਆਂ ਵਿੱਚ ਪੈ ਜਾਣਾ ਸੀ, ਮੇਰੀ ਬੰਦਗੀ ਢਿੱਲੀ ਪੈ ਜਾਣੀ ਸੀ, ਮੇਰੀ ਇਬਾਦਤ ਕੁਝ ਕਮਜ਼ੋਰ ਹੋ ਜਾਣੀ ਸੀ, ਐਸਾ ਮਾਹੌਲ ਬਣਨਾ ਸੀ, ਤਾਂ ਮੈਂ ਸ਼ੁਰੂ ਤੋਂ ਹੀ ਪੀੜੀਪਣ, ਪੱਕੀ ਗੰਢ ਪਾਉਂਦੀ, ਤਾਂ ਕਿ ਲੜ ਮੇਰਾ ਨਾ ਛਿਜਦਾ, ਨਾ ਟੁੱਟਦਾ। क्योंकि मैं सारा जग हंडा के वेख लिया, ऐ खुदा तेरे जैसा कोई भी नहीं, तेरे जैसा कोई भी नहीं। फरीदा जे तू अकल लतीफ, काले लिख न लेख, आपनड़े गिरेवान में सिर नीवा कर देख। बड़ा सुंदर उपदेश बाबा फरीद जगत नूं दे रहे ने। जे तू बारीक अकल दा मालिक है, जे तू अकल लतीफ, जे तू सूझ समझ दा मालिक है, तां अपने हिरदे दे उत्ते काले लिख ना लेख, एक काली लेखनी ना लिख। काली लेखनी लिखनी की है? दूजियां दियां भुल्लां वेखणियां, दूजियां दे गुनाह वेखणे, दूजियां दे औगण वेखणे। दूजियां दे औगण वेखण लई दूजे च बहुत गहरी झात मारनी पएगी। प्रकृति ने एक नियम बना रखा है, उपरों उपरों वेखो। जैसे उपर उपर बंदे नूं वेखिए तो सोहनी खलड़ी है, खलड़ी दे उत्ते सोहणे जिहां कपड़े पाए हुए ने, ठीक है, पर हुण कोई गहरा वेखे, खलड़ी दे थल्ले वेखे तो मांस है, होर गहरा वेखे मिंज है, खून है, हड्डियां है, दुर्गंध है। तो जैसे किसी दे तन नूं असीं उपर उपर ही वेखदे हां, उसदे कपड़े वेख लैंदे हां, उहदी वेशभूषा वेख लैंदे हां, उहदी खलड़ी वेख लैंदे हां, गोरी है, काली है, सांवरी है, लाल है, जर्दी माइल है। इसे तरह किसी दे मन विच, किसी दी जिंदगी विच बहुत गहरी झात नहीं मारनी चाहिए, उपरों ही उपरों वेखना चाहिए। क्योंकि गहरे विच गए तो हर मनुख दे कुछ ना कुछ ते औगण हैं, हर मनुख दियां कुछ ना कुछ भुल्लां ते हैं, हर मनुख दियां कुछ ना कुछ गलतियां ते हैं। तो गलतियां देखदियां, भुल्लां देखदियां वो मनुख नजरां तो गिरेगा, उसकी निंदा चल पेगी। एक मनुख नजरां तो गिरिया, एक उसकी निंदा करन दा पाप कमाया, और इस तरह हर एक दे औगण देखदियां देखदियां देखण करके एक दिन वो सारे दे सारे औगण अपने विच भी प्रवेश कर जाते हैं। इस वास्ते बाबा फरीद कहते ने, दूजियां दे गहरी झात मार के ना वेख, अपने गिरिवान में सिर नीवा कर देख। जे देखना है तो अपने गरीबान दे झात मार के वेख। गहरे तल दे जे देखना चाहना है तो फिर अपने च वेख। जैसे तेनों अपने शरीर दे दुर्गंध, मांस, मिंज दिखाई देगी, इस तरह अपनी जिंदगी जद गहरी झात मारेगा तो तेनों औगण दिखाई देणगे, कमजोरियां दिखाई देणगियां, तेरा हंकार चिकना चूर हो जाएगा, और हो सकता है तू उन्हां औगणां नूं मिटाण दे च लग जाए। और जगत दे जद उपरों उपरों वेखेगा तो दूसरियां दे गुण दिखाई देणगे, तो इस तरह तेरी गुणां नाल सांझ बनेगी, तो दूजियां दी तू निंदा करन तो भी बच जाएगा। और अपने दे जद तू गहरी झात मारेगा तो तेनों औगण दिखाई देणगे, तो तेरा हंकार चिकना चूर हो जाएगा, और अपने औगणां नूं दूर करन लई तू ईश्वर दे गुणां नाल संबंध भी जो है जोड़ सकदा है। इस वास्ते बाबा फरीद कहंदे ने, एक काले लिख, अपने हिरदे दी तख्ती ते ना लिख,
ਭਾਵ ਦੂਸਰਿਆਂ ਦੇ ਔਗਣ ਨਾ ਵੇਖ। ਫਰੀਦਾ ਜੈ ਤੈ ਮਾਰਨ ਮੁਕੀਆਂ, ਫਰੀਦਾ ਜੋ ਤੈ ਮਾਰਨ ਮੁਕੀਆਂ, ਤਿਨਾ ਨ ਮਾਰੇ ਘੁਮ, ਆਪਨੜੇ ਘਰ ਜਾਈਏ, ਪੈਰ ਤਿਨਾ ਦੇ ਚੁੰਮ। ਜੋ ਤੈਨੂੰ ਖਿੱਚ ਕੇ ਮੁੱਕਾ ਮਾਰਨ, ਤੇਰੇ ਨਾਲ ਵਧੀਕੀ ਕਰਨ, ਪਲਟ ਕੇ ਤੂੰ ਉਹਨਾਂ ਨਾਲ ਵਧੀਕੀ ਨਾ ਕਰ। ਤੂੰ ਉਹਨਾਂ ਦੇ ਪੈਰ ਚੁੰਮ ਲੈ। ਜੋ ਤੇਰੇ ਸਿਰ ਦੀ ਬੇਇੱਜ਼ਤੀ ਕਰਨ, ਤੂੰ ਉਹਨਾਂ ਦੇ ਕਦਮਾਂ ਦੀ ਖਾਕ ਬਣ ਜਾ। ਤੂੰ ਉਹਨਾਂ ਦੇ ਪੈਰ ਚੁੰਮ। ਇਸ ਤਰੀਕੇ ਦੇ ਨਾਲ ਮਨੁੱਖ ਆਪਣੇ ਘਰ ਦੇ ਚ ਵਸੇਬਾਂ ਕਰ ਲੈਂਦਾ ਹੈ। ਭਾਵ ਆਪਣੀ ਆਤਮਾ ਦੇ ਚ, ਆਪਣੀ ਰੂਹ ਦੇ ਚ ਉਸ ਦਾ ਮਨ ਟਿਕ ਜਾਂਦਾ ਹੈ ਔਰ ਨੂੰ ਸਕੂਨ ਨਸੀਬ ਆਉਂਦਾ ਹੈ, ਸ਼ਾਂਤੀ ਨਸੀਬ ਆਉਂਦਾ ਹੈ। ਬਦਲੇ ਦੀ ਭਾਵਨਾ ਨਾਲ ਤੇ ਅੰਦਰ ਜਲਨ ਹੀ ਰਹਿੰਦੀ ਹੈ। ਬਦਲੇ ਦੀ ਭਾਵਨਾ ਨਾਲ ਤੇ ਹਰ ਵਕਤ ਅੰਦਰ ਕੁੜੱਤਨ ਹੀ ਰਹਿੰਦੀ ਹੈ। ਬਦਲੇ ਦੀ ਭਾਵਨਾ ਨਾਲ ਸਵਾਏ ਢਹਿੰਦੀ ਕਲਾ ਤੋਂ ਹੋਰ ਕੁਛ ਵੀ ਨਹੀਂ। ਬਦਲਾ ਇੱਕ ਐਸਾ ਬੋਝ ਹੈ ਜੋ ਅਧਿਆਤਮਿਕ ਉન્નਤੀ ਹੋਣ ਹੀ ਨਹੀਂ ਦਿੰਦਾ। ਬਾਬਾ ਫਰੀਦ ਸਾਵਧਾਨ ਕਰ ਰਹੇ ਨੇ, ਸੁਚੇਤ ਕਰ ਰਹੇ ਨੇ। ਫਰੀਦਾ ਜਾਂ ਤੋ ਖੱਟਣ ਵੇਲ, ਤਾਂ ਤੂੰ ਰਤਾ ਦੁਨੀ ਸਿਉ, ਮਰਗ ਸਵਾਈ ਨੀ, ਜਾਂ ਭਰਿਆ ਤਾਂ ਲੱਦਿਆ। ਖੱਟਣ ਦਾ ਸਮਾਂ ਸੀ, ਨਾਮ ਬਿਹਾਜਣ ਦਾ ਸਮਾਂ ਸੀ, ਬੰਦਗੀ ਕਰਨ ਦਾ ਸਮਾਂ ਸੀ। ਜੋ ਜਵਾਨੀ ਦੀ ਖਾਸ ਰੁੱਤ, ਜਵਾਨੀ ਦਾ ਖਾਸ ਸਮਾਂ, ਸਰੀਰ ਦੇ ਚ ਬਲ ਸੀ, ਸਰੀਰ ਦੀ ਸ਼ਕਤੀ ਸੀ, ਸਰੀਰ ਦੇ ਚ ਉਛਾਲ ਸੀ, ਸਰੀਰ ਦੇ ਚ ਉਤਸ਼ਾਹ ਸੀ, ਉਮੰਗ ਸੀ, ਤਰੰਗ ਸੀ। ਇਹ ਸਾਰੀ ਸ਼ਕਤੀ, ਇਹ ਸਾਰੀ ਉਮੰਗ, ਇਹ ਸਾਰੀ ਤਰੰਗ ਤੂੰ ਦੁਨੀਆਦਾਰੀ ਦੇ ਚ ਹੀ ਖਰਚ ਕਰ ਦਿੱਤੀ। ਤੂੰ ਵਿਸ਼ੇ ਵਿਕਾਰਾਂ ਚ ਹੀ ਖਰਚ ਕਰ ਦਿੱਤੀ। ਆਪਣੀ ਸ਼ਕਤੀ ਦਾ ਸਹੀ ਇਸਤੇਮਾਲ ਨਹੀਂ ਕੀਤਾ। ਆਪਣੇ ਉਛਾਲ, ਆਪਣੀ ਉਮੰਗ, ਆਪਣੇ ਤਰੰਗਾਂ ਦੀ ਸਹੀ ਵਰਤੋਂ ਨਹੀਂ ਕੀਤੀ। ਮਰਗ ਸਵਾਈ ਨਹੀਂ, ਜਾਂ ਭਰਿਆ ਤਾਂ ਲੱਦਿਆ। ਆਖਿਰ ਇੱਕ ਦਿਨ ਮੌਤ ਨੇ ਆ ਜਾਣਾ ਹੈ ਔਰ ਵਾਕਈ ਜਦ ਸਵਾਸ ਪੂਰੇ ਹੋ ਗਏ, ਭਰ ਗਏ, ਤਾਂ ਫਿਰ ਤੈਨੂੰ ਅੱਗੇ ਜਾਣਾ ਪਏਗਾ। ਤੇਰਾ ਵਾਸਾ ਫਿਰ ਕਬਰ ਦੇ ਚ ਹੀ ਹੈ। ਜੀਵਨ ਕਬਰ ਦੇ ਚ ਪਹੁੰਚੇ, ਸਰੀਰ ਕਬਰ ਦੇ ਚ ਪਹੁੰਚੇ, ਉਸ ਤੋਂ ਪਹਿਲੇ ਰੂਹ ਖੁਦਾ ਤੱਕ ਪਹੁੰਚਣੀ ਚਾਹੀਦੀ ਹੈ। ਐਸਾ ਬਾਬਾ ਫਰੀਦ ਉਪਦੇਸ਼ ਕਰ ਰਹੇ ਨੇ, ਸੰਦੇਸ਼ ਦੇ ਰਹੇ ਨੇ। ਦੇਖ ਫਰੀਦਾ ਜੋ ਥੀਆ, ਦਾੜੀ ਹੋਈ ਭੂਰ, ਅੱਗੋਂ ਨੇੜਾ ਆਇਆ, ਪਿਛਾ ਰਿਆ ਦੂਰ। ਪਿੱਛੇ ਕੀ ਹੈ ਜਨਮ, ਅੱਗੇ ਕੀ ਹੈ ਮੌਤ। ਦੇਖ ਤੇ ਸਹੀ, ਤੇਰਾ ਦਾੜਾ ਚਿੱਟਾ ਹੋ ਗਿਆ, ਵਾਲ ਚਿੱਟੇ ਹੋ ਗਏ ਨੇ, ਬੁਢੇਪਾ ਉਤਰ ਆਇਆ ਹੈ, ਮੌਤ ਨੇੜੇ ਆਈ ਹੈ। ਪਿੱਛਾ ਜਨਮ ਤੇ ਬਹੁਤ ਦੂਰ ਰਹਿ ਗਿਆ, ਬਹੁਤ ਦੂਰ ਰਹਿ ਗਿਆ। ਇੱਕ ਬੱਚਾ ਜਨਮ ਦਿਨ ਮਨਾਵੇ, ਠੀਕ ਹੈ, ਮਾਫ ਕੀਤਾ ਜਾ ਸਕਦਾ ਹੈ। ਇੱਕ ਜਵਾਨ ਜਨਮ ਦਿਨ ਮਨਾਵੇ, ਥੋੜਾ ਜਿਹਾ ਸੋਚਿਆ ਜਾ ਸਕਦਾ ਹੈ ਇਹ ਜਵਾਨ ਭੁੱਲ ਕਰ ਰਿਹਾ ਹੈ। ਪਰ ਇੱਕ ਬੁੱਢਾ ਵੀ ਜਨਮ ਦਿਨ ਮਨਾਵੇ तो एक कोई महामूड बहुत ही अचेत मनुख ऐसा जो है कर सकता है, क्योंकि अग्गा बहुत नेड़े आया है। मौत तो बिल्कुल नेड़े आई, जन्म होया 70-80 साल हो गए, मरण दिन ते बिल्कुल नेड़े आ गया, 100 दिन आया नेड़े। तो बाबा फरीद कहते जेड़ा दिन नेड़े आया है ओनू चेते कर, जो लंघ गया दिन और बहुत मुद्दत हो गई है भुला, जन्म नो भुला, मौत नु चेते कर। और ये हकीकत है, एक सच्चाई है, काल चिंतन ही अकाल दा चिंतन बन जाते। अपने अंत दा चिंतन ही प्रभु बेअंत दा चिंतन बन जाता है। बाबा फरीद अपने पावन सलोक दे राहीं ये उपदेश दे रहे हैं।
देख फरीदा जेथिया शक्कर होई विस साईं बाझों अपने वेदन कहिए किसे। कल तक जो मिठा सी, कल तक जो शक्कर सी, कल तक ਜਿਹੜੇ पदार्थ मिठे लगते सन, कल तक जो ये संसार सोना लगता सी, अज बुढ़ेपे करके ते विस बन गए। मिठास ही जहर बन गई है, मिठास ही कुड़तन बन गई है, स्वप्न ही करूपता बन गया है। शरीर निर्बल हो गया है, कमजोर हो गया है। भावें सब कुछ ओही कुछ है, पर सब कुछ भोगण दे समर्थ हुण शरीर नहीं रहा। वासना ओही कुछ है, पर वासना की पूर्ति हो सके शरीर दे च बल नहीं, तो बल ना होने करके सारी मिठास जहर बन के रह गई है। ये जिहड़ी वेदना है, ये जिहड़ी पीड़ा है, परमात्मा तो बिना, खुदा तो बिना और किसनू आखिए और किस दे अगों रखिए। फरीदा अखी देख पतीणियां, सुन सुन रीणे कन, साख पकंदी आया होर करेंदी वन। देख देख के अखां पतियाइयां नहीं, रजियां नहीं, नजरां कमजोर हो गईयां। सुन सुन के कन तृप्त नहीं हुए, कन बहरे हो गए। साख पकंदी आया, मौसमे बहार, मौसमे खिजां दे च तब्दील हो रहा है। पतझड़ दी रुत आ गई है। जैसे महाराज दी बाणी इंज फरमान कर दिया, रुत फेरी वण कंबिया, पत झड़े झड़ पाए, चारे कुंडा ढूंढियां रहन के दाऊ नाए। फरीदा ऐसा भी फरमान कर देने। कबीर ते गुरु अर्जन देव जी महाराज दे वाक भी मौजूद ने। पत्तर भुरजेण झड़ियं ने जड़ियं पेट संपदा, पतझड़ दी रुत दे च पत्ते झड़ जांदे ने और तमाम बहार, उत्साह, कोलाहल उदासी दे च बदल जांदा है। उदासीनता दा रूप पतझड़ दी रुत दे चारों पासे हुंदा है। तो बाबा फरीद कहंदे शाखां ते पकड़ नूं आ गईयां ने, मौसमे खिजां आ गया है। सुन सुन के कन बहरे हो गए ने, वेख वेख के अखां रजियां ते नहीं, पर अखां नजरां गवा बैठियां ने। होर दा होर शरीर रूप धारण करी जांदा है, निर्बल होई जांदा है। ये सारी चेतावनी बाबा शरीर, बाबा फरीद शरीर बारे करा रहे हैं, ताकि मनुख सुचेत होके अपने शरीर की वरतों, समय की वरतों, जीवन शक्ति की वरतों सही कर सके। फरीदा काली जिनी न रावया, धौली रावे कोए, कर साई स्यों पिरहड़ी, रंग नवेला होए। काली, दाड़ा काला सी, केस काले सन, जवानी सी। उदो खुदा दा रमन कीता नहीं, चिंतन कीता नहीं, बंदगी कीती नहीं। धौली रावे कोए, बुढ़ेपे च किसने रमन करना है। भाव हुण ते नमाज पढ़न दी सत्या नहीं रही, तलावत करन दी ताकत नहीं रही, रोजे रखण दी समर्था नहीं रही, हज करन दी शक्ति नहीं रही। इस बुढ़ेपे विच धौली रावे कोए, किसने इस बुढ़ेपे विच बंदगी करनी है। कर साई स्यों पिरहड़ी, रंग नवेला होए। इस जवानी दी रुत विच उस खुदा नाल प्यार दी पींग पा, नवे तो नवा रंग तैनू चढ़ेगा। नित नवा रंग, रंग नवेला होए। वो रंग कदी पुराना नहीं होवेगा,
ਉਹ ਰਸ ਕਦੀ ਪੁਰਾਣਾ ਨਹੀਂ ਹੋਵੇਗਾ। ਸਾਹਿਬ ਮੇਰਾ ਨੀਤ ਨਵਾਂ, ਸਦਾ ਸਦਾ ਦਾਤਾਰ। ਨਿਤ ਨਵੀਆਂ ਖੁਸ਼ੀਆਂ, ਨਿਤ ਨਵੇਂ ਰੰਗ, ਨਿਤ ਨਵਾਂ ਰਸ, ਨਿਤ ਨਵਾਂ ਸੁਹੱਪਣ ਤੇਰੀ ਜ਼ਿੰਦਗੀ 'ਚ ਪੈਦਾ ਹੋਵੇਗਾ। ਹੇ ਮਨੁੱਖ, ਤੂੰ ਉਸ ਸਾਈਂ ਦੇ ਨਾਲ ਪਿਆਰ ਪਾ ਜਵਾਨੀ ਦੀ ਰੁੱਤ ਤੇ। ਅਗਲਾ ਸ਼ਲੋਕ ਤੀਜੇ ਗੁਰੂ ਨਾਨਕ ਬਿਰਧ ਬਾਬਾ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਦਾ ਹੈ। ਬਾਬਾ ਫਰੀਦ ਬਿਲਕੁਲ ਠੀਕ ਕਹਿ ਰਹੇ ਨੇ, ਬਿਲਕੁਲ ਠੀਕ ਕਹਿ ਰਹੇ ਨੇ, ਪਰ ਇਸ ਸ਼ਲੋਕ ਤੋਂ ਕਿਧਰੇ ਬੁੱਢਿਆਂ ਲਈ ਮਾਯੂਸੀ ਨਾ ਪੈਦਾ ਹੋ ਜਾਏ, ਨਿਰਾਸ਼ਾ ਨਾ ਪੈਦਾ ਹੋ ਜਾਏ। ਔਰ ਵੈਸੇ ਬਾਬਾ ਫਰੀਦ ਵੀ ਨਿਰਾਸ਼ ਨਹੀਂ ਕਰ ਰਹੇ, ਉਹ ਵੀ ਬਿਰਧ ਅਵਸਥਾ ਤੱਕ ਬੰਦਗੀ ਕਰਦੇ ਰਹੇ। ਲੇਕਿਨ ਅਰਥਕਾਰ ਪੜਨ ਵਾਲਾ ਭੁਲੇਖਾ ਖਾ ਸਕਦਾ ਹੈ। ਇਹ ਭੁਲੇਖਾ ਨਾ ਪੈਦਾ ਹੋਵੇ ਤਾਂ ਸੁਚੇਤ ਕਰਦੇ ਨੇ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਮੱਲਾ ਤੀਜਾ। ਫਰੀਦਾ ਕਾਲੀ ਧੌਲੀ ਸਾਹਿਬ ਸਦਾ ਹੈ, ਜੇ ਕੋ ਚਿਤ ਕਰੇ ਆਪਣਾ ਲਾਇਆ ਪਿਰਮ ਨ ਲੱਗਈ, ਜੇ ਲੋਚੇ ਸਭ ਕੋਏ। ਇਹ ਪਿਰਮ ਪਿਆਲਾ ਖਸਮ ਕਾ, ਜੈ ਭਾਵੇ ਤੈਂ ਦੇ। ਐ ਫਰੀਦ, ਚਾਹੇ ਜਵਾਨੀ ਵਿੱਚ ਚਾਹੇ ਬੁਢੇਪੇ 'ਚ, ਜੇ ਕੋਈ ਸਦੀ ਵੀ ਉਸ ਪਰਿਪੂਰਨ ਪ੍ਰਮਾਤਮਾ ਦਾ ਚਿੰਤਨ ਕਰ ਸਕੇ, ਉਸ ਨੂੰ ਚੇਤੇ ਕਰ ਸਕੇ, ਤਾਂ ਜਵਾਨੀ ਵੀ ਸਫਲ ਹੋ ਸਕਦੀ ਹੈ, ਬੁਢੇਪਾ ਵੀ ਸਫਲ ਹੋ ਸਕਦਾ ਹੈ। ਇਹ ਜੋ ਪ੍ਰੇਮ ਦਾ ਪਿਆਲਾ ਹੈ, ਇਹ ਜੋ ਬੰਦਗੀ ਦਾ ਜਾਮ ਹੈ, ਇਹ ਜੋ ਪ੍ਰੇਮ ਦੀ ਲਪਕ ਹੈ, ਲਟਕ ਹੈ, ਆਪਣਿਆਂ ਲਾਇਆ ਨਹੀਂ ਲੱਗਦੀ, ਆਪਣੀ ਉਦਮ ਦੀ ਸਫਲਤਾ ਨਾਲ ਪ੍ਰਾਪਤ ਨਹੀਂ ਆਉਂਦੀ। ਇਹ ਤੇ ਭਾਵੇਂ ਹਰ ਇੱਕ ਤੜਪੇ ਤੇ ਹਰ ਇੱਕ ਲੋਚੇ। ਇਹ ਪਿਰਮ ਪਿਆਲਾ ਖਸਮ ਕਾ, ਜੈ ਭਾਵੇ ਤੈਂਦੇ। ਇਹ ਪਿਆਲਾ ਤੇ ਖਸਮ ਦਾ ਹੈ, ਖੁਦਾ ਦਾ ਹੈ, ਉਸ ਦੇ ਹੱਥੋਂ ਹੈ ਹੀ ਜਿਸ ਨੂੰ ਪ੍ਰਾਪਤ ਹੋ ਜਾਏ ਹੋ ਜਾਏ। ਇਹ ਪਿਆਲਾ ਮਨੁੱਖ ਦੇ ਹੱਥ 'ਚ ਨਹੀਂ। ਮਨੁੱਖ ਇਸ ਪਿਆਲੇ ਦੀ ਮੰਗ ਕਰ ਸਕਦਾ ਹੈ, ਮਨੁੱਖ ਇਸ ਪਿਆਲੇ ਦੀ ਤੜਪ ਕਰ ਸਕਦਾ ਹੈ, ਚਾਹੇ ਜਵਾਨੀ 'ਚ ਕਰੇ ਚਾਹੇ ਬੁਢੇਪੇ 'ਚ ਕਰੇ। ਔਰ ਇਹ ਫਿਰ ਖੁਦਾ ਦੀ ਮਰਜ਼ੀ ਹੈ, ਇਹ ਪਿਆਲਾ ਉਸਨੇ ਕਿਸ ਨੂੰ ਦੇਣਾ ਹੈ, ਕਿਸ ਦੇ ਮੂੰਹ ਨੂੰ ਇਹ ਜਾਮ ਲੱਗਣਾ ਹੈ। ਫਰੀਦਾ ਜਿਨ ਲੋਇਣ ਜਗ ਮੋਇਆ, ਸੇ ਲੋਇਣ ਮੈਂ ਡਿਠੇ, ਕੱਜਰ ਰੇਖ ਨਾ ਸਹਿੰਦੀਆਂ, ਸੇ ਪੰਖੀ ਸੂਏ ਬਹਿਠ। ਇੱਕ ਵੇਸਵਾ ਜਿਸ ਤੇ ਸਾਰਾ ਮੁਲਤਾਨ ਸ਼ਹਿਰ ਮੋਹਿਤ ਸੀ, ਜਿਸ ਦੀ ਇੱਕ ਝਲਕ ਪਾਉਣ ਲਈ ਬੜੇ ਬੜੇ ਨਵਾਬ, ਸ਼ਾਹਜ਼ਾਦੇ, ਅਮੀਰ ਉਲਮਾ ਤਰਸਦੇ ਸਨ। ਇੱਕ ਦਿਨ ਕਿਧਰੇ ਉਸ ਦੀ ਗੋਲੀ ਨੇ ਕੱਜਰ ਬਾਰੀਕ ਨਹੀਂ ਸੀ ਪੀਸਿਆ, ਔਰ ਜੈਸੇ ਇਸ ਕੱਜਰ ਨੂੰ ਉਸ ਵੇਸਵਾ ਨੇ ਆਪਣੀ ਅੱਖੀ ਪਾਇਆ ਤਾਂ ਅੱਖਾਂ ਵਿੱਚ ਰੜਕ ਪੈਦਾ ਹੋਈ। ਗੋਲੀ ਨੂੰ ਡਾਂਟਿਆ, ਗੋਲੀ ਨੂੰ ਦੋ ਚਾਰ ਥੱਪੜ ਵੀ ਮਾਰੇ, ਗੋਲੀ ਰੋ ਪਈ। ਰੋਣਾ ਭਲਾ ਫਕੀਰਾਂ ਨੂੰ ਕਿੱਥੇ ਭਾਉਂਦਾ ਹੈ, ਦੂਸਰੇ ਦਾ ਰੋਣਾ ਫਕੀਰਾਂ ਨੂੰ ਵੀ ਰੁਲਾ ਕੇ ਰੱਖ ਦਿੰਦਾ ਹੈ, ਤੜਪਾ ਕੇ ਰੱਖ ਦਿੰਦਾ ਹੈ। ਕਹਿੰਦੇ ਨੇ ਇਹ ਗਾਥਾ ਹੈ, ਬਾਬਾ ਫਰੀਦ ਨੇ ਰੋਕਿਆ ਉਸ ਵੇਸਵਾ ਨੂੰ, ਨਾ ਮਾਰ, ਇਸ ਗੋਲੀ ਨੂੰ ਨਾ ਮਾਰ, ਇਸ ਤੇ ਤਰਸ ਖਾ। ਇੱਕ ਦਿਨ ਐਸਾ ਹੋਇਆ, ਕਬਰਿਸਤਾਨ ਦੀ ਇੱਕ ਪਗਡੰਡੀ ਦੇ ਚੋਂ ਬਾਬਾ ਫਰੀਦ ਲੰਘੇ ਜਾ ਰਹੇ ਨੇ। ਪੈਰ ਠੋਕਰ ਖਾ ਗਏ ਇੱਕ ਖੋਪਰੀ ਨਾਲ ਕਬਰ ਸੀ, ਨੰਗੀ ਪੈ ਗਈ ਸੀ, ਮੁੱਦਤਾਂ ਦੀ ਮਿੱਟੀ ਉੱਡ ਗਈ ਸੀ। ਨਾਲ ਦੇ ਸਾਥੀਆਂ ਨੇ ਕਹਿ ਦਿੱਤਾ, ਬਾਬਾ ਜੀ
ਇਹ ਤੇ ਉਸੇ ਵੇਸਵਾ ਦੀ ਕਬਰ ਹੈ ਜਿਸ ਤੇ ਸਾਰਾ ਮੁਲਤਾਨ ਮੋਹਿਤ ਸੀ, ਜਿਸ ਦੀ ਇੱਕ ਝਲਕ ਪਾਉਣ ਲਈ बड़े बड़े रसक लोग, धनाड़, उलमा, उमरा तरसदे सन। ये ते उसदी खोपड़ी है। अखां दे कीड़े सन, कुरबुल कुरबुल पै करन। लगदा है खोपड़ी दे किधरे थोड़ा मांस होवेगा, तां ये कीड़े मौजूद सन। फरीद नूं कहना पिया, कज्जर दी रेख दी रड़क ते सहार ना सकियां। ऐ देखो कीड़े मकोड़ियां ने उन्हें अखां विच अपने घर बना के रखे न, अपने आलने बना के रखे ने। ये अखां जिन्हां ते जगत मोहित सी, जो गुलाब जैसियां सन, जो मृग जैसियां सन, जो चंद्रमा जैसियां सन, अज करूपता दा एक दृश्य पेश कर रही ने। कीड़े उस विच कुरबुल कुरबुल कर रहे हैं। फरीदा कूकेंदियां चांगेंदियां, मती देंदियां नित, जो शैतान वंजाइयां, सेके तो फेरन चिते। बाबा फरीद कहंदे ने उच्ची आवाज दे नाल कूक कूक के मैं चंगी मत जगत नूं देंदा रहा, समझांदा रहा। हर महफिल दे च, हर शहर दे च, हर थां ते उच्ची उच्ची पुकार करके जगत नूं समझांदा रहा, शरीर दा एक दिन अंत हो जाना है, बेअंत दी प्राप्ति कर लो। समा बहुत कीमती है, जिंदगी बहुत कीमती है, इसकी सही वरतों कर लो। पर किसने मेरी गल सुननी सी, जो शैतान वजाइयां से कित फेरन चित। जिन्हां दे दिल दिमाग नूं शैतान ने, शैतानी वाशनावां ने विगाड़ के रख दिता है, भरमा के रख दिता है, वो मेरी इस उच्ची आवाज नूं कित्थे सुनदे ने, मेरी कूक नूं कित्थे सुनदे ने। कूक जो हिरदे दी तड़पन तो निकलदी है। मनुखता ते जद दया पैदा होंदी है, अज्ञानियां ते जद दया उत्पन्न होंदी है, मूर्खां ते जद दया पैदा होंदी है, तो फकीरां दी कूक निकलदी है। जिस तरह किसी दे शरीर दे जख्म नूं देख के तरस आ जांदा है, किसी दी बीमारी नूं देख के तरस आ जांदा है, किसी दी मानसिक गिरावट नूं वेख के भी फकीरां दे अंदरों कूक निकलदी है। किसी दे मानसिक बुखार नूं विकार नूं देख के भी फकीर लोग तड़प उठदे ने और अपने बचनां दी औषधि दे नाल उस बुखार नूं, उस बीमारी नूं दूर करने दी कोशिश करदे ने। पर बाबा फरीद कहंदे ने, ये औषधि कोई खांदा नहीं। ये बीमार लोग इस औषधि नूं खांदे नहीं। जिन्हां दे दिल दिमाग नूं शैतान ने वजा के रखे है, वो मेरे बोल कित्थे सुनदे ने, कदों सुनदे ने। फरीदा थियो पवाई दब, जे साई लोड़े सब। एक छिजे ब्याल ताड़िए, तां साई दे दरवाड़िए। बाबा फरीद कहंदे ने, दब दी तरह हो जा, घास दी तरह। एक खास तरह दी घास जिस तो वाण बनाए जांदे सन, जिस तो पायदान बनाए जांदे सन, जिस तो चटाइयां बनाईयां जांदियां ने। आम इसनूं कूंदर भी कहंदे ने उस इलाके दे च, और इह दरियावां दे कंढे ते आउंदी है। खास करके दरिया सिंध दे कंढे ते बहुत वड्डी तादाद दे च इह पैदा होंदी है। होर छोटे वड्डे दरिया जो लहिंदे पंजाब, हाल पाकिस्तान दे च मौजूद ने, उत्थे इह दब, इह कूंज काफ़ी तादाद दे च दरियावां दे कंढे, पानी दे जोड़ां दे कंढे पैदा होंदी है। आप कहंदे ने, इस दब वर्गा हो जा। जे तू सारे दा सारा खुदा चाहना है, अपने जीवन नू सफल करना चाहना है,
ਤਾਂ ਇਸ ਦੱਬ ਵਰਗਾ ਹੋ ਜਾ। ਦੇਖੋ ਇਸ ਨੂੰ ਪਹਿਲੇ ਕਟਿਆ ਗਿਆ, ਪੈਰਾਂ ਥੱਲੇ ਲਤਾੜਿਆ ਗਿਆ, ਫਿਰ ਕੁੱਟਿਆ ਗਿਆ, ਫਿਰ ਵਟਿਆ ਗਿਆ, ਫਿਰ ਇਸ ਦਾ ਪਾਇਦਾਨ ਬਣਿਆ ਤੇ ਇਹ ਪਾਇਦਾਨ ਮਸਜਿਦ ਦੇ ਬੂਹੇ ਤੇ ਰੱਖਿਆ ਗਿਆ ਹੈ ਔਰ ਨਮਾਜ਼ੀ ਇਸ ਤੋਂ ਲੰਘ ਕੇ ਜਾਂਦੇ ਪਏ ਨੇ ਤੇ ਪਾਇਦਾਨ ਦੇ ਥੱਲੇ ਪਈ ਖਾਕ ਨਮਾਜ਼ੀ ਮਸਤਕ ਤੇ ਲਾਉਂਦੇ ਨੇ, ਸ਼ਰਧਾਲੂ ਮਸਤਕ ਤੇ ਪੈ ਲਾਉਂਦੇ ਨੇ, ਕਿਉਂਕਿ ਇਸ ਪਾਇਦਾਨ ਨੂੰ ਖੁਦਾ ਦਾ ਬੂਹਾ ਨਸੀਬ ਹੋ ਗਿਆ ਹੈ, ਨਮਾਜ਼ੀਆਂ ਦੇ ਕਦਮ ਨਸੀਬ ਹੋ ਗਏ ਨੇ। ਇਸ ਦਬ ਦੀ ਤਰ੍ਹਾਂ ਬਾਬਾ ਫਰੀਦ ਕਹਿੰਦੇ ਨੇ ਤੂੰ ਕੁਰਬਾਨੀ ਕਰ ਤਾਂ ਕਿ ਖੁਦਾ ਦੇ ਬੂਹੇ ਦਾ ਤੈਨੂੰ ਵੀ ਜੋ ਹੈ ਬੈਠਣਾ ਨਸੀਬ ਹੋ ਜਾਏ ਤੇ ਨਮਾਜ਼ੀਆਂ ਦੇ, ਫਕੀਰਾਂ ਦੇ, ਇਬਾਦਤ ਗੁਜ਼ਾਰਾਂ ਦੇ ਚਰਨਾਂ ਦੀ ਧੂੜ ਤੂੰ ਵੀ ਬਣ ਜਾਏ। ਔਰ ਜਿਸ ਦਿਨ ਤੂੰ ਧੂੜ ਬਣੇਗਾ, ਵਾਸਤਵਿਕ ਇਹ ਧੂੜ ਲੋਕਾਂ ਦੇ ਮਸਤਕ ਤੇ ਲੱਗੇਗੀ, ਲੋਕੀ ਮੱਥੇ ਤੇ ਚੁੱਕ ਲੈਣਗੇ, ਲੋਕੀ ਦਿਲ ਦਿਮਾਗ ਦੇ ਤੈਨੂੰ ਆਪਣੀ ਥਾਂ ਦੇਣਗੇ। ਫਰੀਦਾ ਖਾਕ ਨ ਨਿੰਦੀਏ, ਖਾਕੂ ਜੇਡ ਨ ਕੋਏ, ਜੀਵਦਿਆਂ ਪੈਰਾਂ ਤਲੇ ਮੋਇਆ ऊपर हो। भूल के भी इस खाक दी निंदा ना करी। देख जीवदियां जी तेरे पैरां दे थल्ले बिल्कुल नीवी निर्माणता दा रूप बनी हुई है और जब तुम मर जाए तो तेरा पर्दा ढक दिए, तेरी लाश नू ढक दिए, तेनू ढक के रख देंदी है। तेरी बदबू, तेरा कुमलायापन, तेरा ए मांस, तेरियां टुटियां हुई हड्डियां सब नू जो है ढक के रख देंदी है। खाक दी निंदा ना कर, खाक दी तरह निर्माण पुरुष हो जा। निर्माण पुरुष जगत दी खाक बनदा है पैरां दी और दूजियां दे ऐबां नू, दूजियां दे औगणां नू जो है ढकदा है। खाक वर्गी जिंदगी दी ए पहचान। फरीदा जां लब ताने किया, लब तां कूड़ा ने किचर झत लंगाइए, छप्पर टुटे में। जितने चिर तक वासना है, कामनावां ने, अंदर लोभ है, तो खुदा दा प्यार किथे है? उते कामना नाल प्यार है, अपनी इच्छा वासनावां नाल प्यार है, तो वासना करके खुदा नाल संबंध जोड़ना चाहना है। ये वासना पूरी हो जाए तो संबंध टुट जाता है, ना पूरी होवे तां भी टुट जाता है। इसनों एक तशबीह दे राही बाबा फरीद इंज समझाते ने, किचर झत लंगाइए, छप्पर टुटे में। टुटा छप्पर जिहदे ते बारिश हो रही है और किणमिण किणमिण बरखा छप्पर दे अंदरों होके अंदर प्रवेश कर रही है, इस तरह टुट्टी छपरी दे थल्ले जिस बूंदा बांदी हो रही है, कितने चिर तक आदमी रह सकता है? इस तरह दा नेह, इस तरह दी बंदगी कितने दिन तक हो सकती है? जिस दे कामना है, जिस दे वासना है, जिस दे लोड़ां ने, जिस दे मंगा ने, मंगा पूरियां हो गईयां तां भी टुट जाएगी, जे ना पूरियां होईयां तां भी टुट जाएगी। तो बाबा फरीद कहंदे ने, बंदगी कर सिर्फ बंदगी दी खातर, इबादत कर सिर्फ इबादत लई, ताकि तेन खुदा प्राप्त होवे। ते खुदा सुखां दा सागर है, खुदा खुशियां दा सोमा है, खुदा आनंद दा सागर है। तेन सब कुछ दी प्राप्ति हो जाएगी। खुदा कोल बस खुदा नू ही मंग, और कुछ ना मंग। जिसनू धन गुरु अर्जन देव जी महाराज इंज कहते, मांग न मांग सो एके मांग। उस एक कोलों एक नू ही मंग। ज्ञान दा सागर, ज्ञान दा सागर, ज्ञान दा सागर, ज्ञान